अस्सलाम वालेकुम नाज़रीन, आपका मेज़बान मलिक रिजवान आपकी खिदमत में हाजिर है। नाज़रीन, इस वक्त मेरा रमज़ान का महीना है और ऐसी अफसोसनाक कहानी मेरे साथ मौजूद है कि एक माँ का जवान बेटे को बेदर्दी के साथ कत्ल कर दिया जाता है, चार पैसों की वजह से और कुछ लालच की वजह से। ये मामला कैसे हुआ है, हम माँ से भी ये बात करते हैं और उनकी बेटी से भी बात करते हैं कि कैसे आपका बेटा और आपका भाई आपकी आंखों के सामने इस दुनिया फ़ानी से कूच कर गया। अस्सलाम वालेकुम। वालेकुम अस्सलाम। माँ जी, मुझे पहले तो ये बताइएगा कि क्या किस तरह मामला था आपके बेटे का उन ठेकेदारों से, जैसे कि आपने कहा था कि उनका कत्ल हुआ और इस तरह का मामला बढ़ गया। ਠੇਕੇਦਾਰ ਸੀ, ਪੇਂਟ ਦੇ ਠੇਕੇ ਚੁੱਕਦਾ ਸੀ। ਮੇਰਾ ਬੇਟਾ ਜਿਹੜਾ ਉਹ ਪੇਂਟ ਕਰਦਾ ਸੀ, ਕਾਰੀਗਰ ਸੀ ਪੇਂਟ ਦਾ। ਉਹ ਜੇ ਬਹਿਰੀਆ ਟੋਨੇ 'ਚ ਠੇਕੇ ਚੁੱਕਦਾ ਸੀ, ਇੱਥੇ ਲਾਹੌਰ ਹੀ ਰਹਿੰਦਾ ਸੀ, ਇੱਥੇ ਠੇਕੇ ਚੁੱਕਦਾ ਸੀ। ਮੇਰੇ ਬੇਟੇ ਨੂੰ ਉਹਨੇ ਨਾਲ ਲੈ ਲਿਆ, ਦਿਹਾੜੀ ਦਿੰਦਾ ਸੀ 2500 3000 ਰੁਪਈਆ। ਮੇਰਾ ਬੇਟਾ ਦਿਹਾੜੀ ਕਮਾਉਂਦਾ ਸੀ। ਮੇਰਾ ਬੇਟਾ ਮਿਹਨਤੀ ਸੀ। ਵਾਲਦ ਉਹਨਾਂ ਦਾ ਫੌਤ ਹੋ ਗਏ ਸਨ ਤੇ ਬੱਚੇ ਦੇ ਸਿਰ ਤੇ ਘਰ ਚੱਲਦਾ ਪਿਆ ਸੀ। ਵੱਡਾ ਮੇਰਾ ਬੇਟਾ ਉਹ ਸੀ। ਇਹ ਦੋ ਮੇਰੀਆਂ ਬੇਟੀਆਂ ਨੇ, ਇੱਕ ਮੇਰਾ ਬੇਟਾ। ਦੋ ਮੇਰੇ ਬੇਟੇ ਸਨ ਤੇ ਦੋ ਬੇਟੀਆਂ। ਸਾਡੀ ਮਿਹਨਤ ਉਹ ਕਰਦਾ ਸੀ, ਘਰ ਦਾ ਨਿਜ਼ਾਮ ਉਹ ਚਲਾਉਂਦਾ ਸੀ। ਮਤਲਬ ਇੱਕ ਹੀ ਬੇਟਾ ਸੀ ਤੁਹਾਡਾ? ਨਹੀਂ, ਦੋ ਬੇਟੇ ਨੇ, ਦੋ ਬੇਟੀਆਂ ਨੇ। ਕੀ ਚੱਕਰ ਕੀ ਹੈਗਾ ਸੀ ਉਹਨਾਂ ਬੇਟੇ ਦਾ ਤੁਹਾਡੇ ਦਾ? ਮਤਲਬ ਕੋਈ ਪੈਸੇ ਦੇ ਵਜ੍ਹਾ ਤੋਂ ਕਤਲ ਹੋਇਆ ਜਾਂ ਕੋਈ ਕੰਮ ਨਹੀਂ ਸਹੀ ਕਰਦਾ ਜਾਂ ਕੀ ਮਾਮਲਾ ਹੈ? ਨਹੀਂ, ਕੰਮ ਸਹੀ ਕਰਦਾ ਸੀ। ਠੇਕੇਦਾਰ ਨੇ ਉਹਨੂੰ ਆਪਣੇ ਪਿੱਛੇ ਲਾ ਲਿਆ ਕਿ ਬੱਚਾ ਮਿਹਨਤੀ ਹੈ, ਠੀਕ ਹੈ, ਕੰਮ ਕਰਦਾ ਹੈ। ਬੱਚੇ ਨੂੰ ਉਹਨੇ ਪਿੱਛੇ ਲਾ ਲਿਆ ਕਿ ਮੈਂ ਤੈਨੂੰ ਆਪਣੀ ਬੇਟੀ ਦਾ ਰਿਸ਼ਤਾ ਦੇਣਾ, ਤੂੰ ਬੇਟਾ ਮੇਰੇ ਕੋਲ ਰਿਹਾ ਕਰ, ਤੂੰ ਕੰਮ ਵੀ ਮੇਰੇ ਕੋਲ ਕੀਤਾ ਕਰ, ਮੇਰੇ ਨਾਲ ਰਿਹਾ ਕਰ। ਬੱਚਾ ਸੀ, ਉਹਦੀਆਂ ਗੱਲਾਂ 'ਚ ਆ ਗਿਆ। 2 ਸਾਲ ਪਹਿਲੇ ਇਸ ਗੱਲ ਨੂੰ 6 ਸਾਲ ਹੋ ਗਏ ਨੇ ਉਸ ਠੇਕੇਦਾਰ ਦੇ ਨਾਲ ਰਹਿੰਦਾ ਪਿਆ ਸੀ। 2 ਸਾਲ ਪਹਿਲੇ 5 ਲੱਖ ਦੀ ਇਹਨਾਂ ਭੈਣ ਭਰਾਵਾਂ ਨੇ ਕਮੇਟੀ ਪਾਈ। ਜਿਹੜੀ ਛੋਟੀ ਬੇਟੀ ਉਹ ਸਿਲਾਈ ਕਰਦੀ ਸੀ, ਬੇਟਾ ਮੇਰਾ ਪੇਂਟ ਦਾ ਕੰਮ ਕਰਦਾ ਸੀ। ਇਹਨਾਂ ਦੋਵਾਂ ਭੈਣ ਭਰਾ ਮਿਲ ਕੇ ਸਾਡੇ ਸਿਰ ਤੇ ਵਾਲਦ, ਸਾਡਾ ਬਾਪ ਹੈ ਨਹੀਂ, ਸਾਡੀ ਮਾਂ ਜਿਹੜੀ ਉਹ ਕੋਠੀਆਂ 'ਚ ਕੰਮ ਕਰਦੀ। ਇੰਨੇ ਸਾਡੇ ਮਸਾਇਲ ਨਹੀਂ ਹੈਗੇ। ਇਹਨਾਂ ਦੋਵਾਂ ਭੈਣ ਭਰਾਵਾਂ ਰਲ ਕੇ ਕਮੇਟੀ ਪਾ ਲਈ। 10,000 ਰੁਪਈਆ ਮਹੀਨਾ ਦਿੰਦੇ ਸਨ। 2 ਸਾਲ ਪਹਿਲੇ ਕਮੇਟੀ ਨਿਕਲੀ ਹੈ 5,000 ਦੀ, 5 ਲੱਖ ਦੀ। ਠੇਕੇਦਾਰ ਨੂੰ ਪਤਾ ਲੱਗਿਆ ਕਿ ਇਹਦੀ ਕਮੇਟੀ ਨਿਕਲੀ। ਉਹਨੇ ਮੇਰੇ ਬੇਟੇ ਨੂੰ ਕਹਿੰਦਾ ਕਿ ਬੇਟਾ ਤੂੰ ਕਮੇਟੀ ਲੈ ਕੇ ਮੇਰੇ ਕੋਲ ਆ, ਮੈਂ ਤੈਨੂੰ ਪਲਾਟ ਲੈ ਦੇਣਾ, ਦੂਜਾ ਖਰਚਾ ਮੈਂ ਆਪਣੇ ਕੋਲੋਂ ਕਰਕੇ ਤੈਨੂੰ ਮਕਾਨ ਬਣਾ ਕੇ ਦੇਣਾ, ਤੈਨੂੰ ਮੈਂ ਆਪਣੀ ਬੇਟੀ ਦਾ ਰਿਸ਼ਤਾ ਦੇ ਦੇਣਾ। ਬੇਟੇ ਨੇ ਕਮੇਟੀ ਦੇ ਆਇਆ, ਉਹਨੂੰ ਦੇ ਕੇ ਆ ਗਿਆ। ਕੁਛ ਦਿਨ ਗੁਜ਼ਰੇ, ਮੇਰਾ ਬੇਟਾ ਕਹਿੰਦਾ ਕਿ ਮਾਂ ਜੀ ਕਿਧਰ ਫਰਾਡ ਤਾਂ ਨਹੀਂ ਮੇਰੇ ਨਾਲ ਕਰਦਾ ਕਿ ਮੈਂ ਬੇਟੀ ਦਾ ਰਿਸ਼ਤਾ ਦੇਣਾ, ਭਾਵੇਂ ਨਾ ਰਿਸ਼ਤਾ ਦੇਵੇ ਤਾਂ ਤੁਸੀਂ ਜਾਓ ਤੇ ਰਿਸ਼ਤਾ ਜਾ ਕੇ ਪੁੱਛੋ। ਮੈਂ ਗਈ ਹਾਂ, ਰਿਸ਼ਤਾ ਪੁੱਛਿਆ, ਮੰਗਣੀ ਕੀਤੀ ਹੈ, 2000 ਰੁਪਈਆ ਤਲੀ ਤੇ ਰੱਖ ਕੇ ਆਈ ਹਾਂ। ਫਿਰ ਮੰਗਣੀ ਲਈ ਮੰਨ ਗਏ ਸੀ ਉਹ ਠੇਕੇਦਾਰ? ਮੰਨ ਗਏ ਸਾਡੇ, ਕੁੜੀ ਵੀ ਖੁਸ਼ ਸੀ, ਸਾਰੇ ਘਰ ਦੇ ਖੁਸ਼ ਸਨ ਕਿ ਚਲੋ ਰਿਸ਼ਤਾ ਸਾਡਾ ਆ ਗਿਆ। ਤੇ ਮੰਗਣੀ ਕਰ ਦਿੱਤੀ, 2000 ਰੁਪਈਆ ਤਲੀ ਤੇ ਰੱਖ ਕੇ ਆਈ ਹਾਂ। ਕੁਛ ਦਿਨ ਹੋਏ ਨੇ ਤੇ ਮੈਂ ਨਾ ਦਿਨ ਪਾਉਣ ਚਲੀ ਗਈ ਹਾਂ। ਮੈਂ ਕਿਹਾ ਭਾਈ ਸਾਨੂੰ ਦਿਨ ਪਾ ਦੇ, ਮੈਂ ਆਪਣੇ ਬੇਟੇ ਦੀ ਜਲਦੀ ਸ਼ਾਦੀ ਕਰਨੀ। 1 ਮਹੀਨਾ ਰੋਜ਼ਿਆਂ ਤੋਂ ਪਹਿਲੇ ਤੇ ਦਿਨ ਰੱਖੇ ਗਏ ਸਨ। ਘਰ ਤਿਆਰੀਆਂ ਕਰਦੀ ਵੀ ਬੇਟੇ ਨੂੰ ਮੈਂ ਕਿਹਾ ਬੇਟਾ ਤੂੰ ਪੈਸੇ ਲੈ ਕੇ ਆ, ਆਪਾਂ ਤਿਆਰੀ ਕਰੀਏ। ਕਹਿੰਦਾ ਮਾਂ ਦੋਵੇਂ ਚੱਲਣੇ, ਲੈ ਆਉਣੇ। ਮੈਂ ਗਈ ਹਾਂ, ਉਹਦੇ ਨਾਲ ਗਈ ਹਾਂ। ਜਾ ਕੇ ਉਹਨੂੰ ਕਿਹਾ ਠੇਕੇਦਾਰ ਭਾਈ, ਮੈਂ ਕਿ ਸਾਨੂੰ ਪੈਸੇ ਦੇ ਦੇ, ਮੈਂ ਆਪਣੇ ਬੇਟੇ ਦੀ ਸ਼ਾਦੀ ਕਰਨੀ, ਬੇਟੀ ਤੇ ਬੇਟੇ ਦੀ ਦੋਨੋਂ ਦੀ ਕਰਨੀ ਹੈ, ਤੇ ਸਾਨੂੰ ਪੈਸੇ ਦੇ ਦੇ, ਅਸੀਂ ਪਲਾਟ ਨਹੀਂ ਲੈਂਦੇ। ਕਹਿੰਦਾ ਠੀਕ ਹੈ ਬਾਜੀ, ਅੱਜ ਨਿਕਾਲ ਦੇਣਾ, ਅੱਜ ਨਿਕਾਲ ਦੇਣਾ। ਮੇਰਾ ਪੈਸੇ ਕਿਸ ਚੀਜ਼ ਦੇ? ਪੈਸੇ ਕਮੇਟੀ ਪਾਈ, ਜਿਹੜਾ 5 ਲੱਖ। ਕਮੇਟੀ ਉਹਨਾਂ ਨਾਲ ਹੀ ਪਾਈ ਹੋਈ ਸੀ? ਨਹੀਂ, ਉਹਨਾਂ ਨੇ ਲਾਹੌਰ ਪਾਈ ਹੋਈ ਸੀ ਤੇ ਲੇਕਿਨ ਇਹਨੂੰ ਜਦੋਂ ਪਤਾ ਚੱਲਿਆ ਠੇਕੇਦਾਰ ਨੂੰ, ਇਹਨੇ ਲਾਲਚ ਦਿੱਤਾ ਕਿ ਮੈਂ ਤੈਨੂੰ ਪਲਾਟ ਲੈ ਦੇਣਾ। ਬੱਚਾ ਉਹਦੀਆਂ ਗੱਲਾਂ ਦੇ ਵਿੱਚ ਪੈਸੇ ਉਹਨੂੰ ਦੇ ਦਿੱਤੇ। ਕਮੇਟੀ ਦੇ ਪੈਸੇ ਮਿਲ ਗਏ ਸੀ? ਨਹੀਂ, ਕੋਈ ਨਹੀਂ ਮਿਲੇ। ਕਮੇਟੀ ਖਾਣ ਦੀ ਵਜ੍ਹਾ ਤੋਂ ਉਹਨੇ ਚਾਲ ਚੱਲੀ ਸਾਡੇ ਨਾਲ। ਘਰ ਤਿਆਰੀਆਂ ਹੁੰਦੀਆਂ, ਮੇਰੇ ਬੇਟੇ ਨੂੰ ਮੈਂ ਆਖਿਆ ਪੈਸੇ ਲੈ ਕੇ ਆ। ਬੇਟਾ ਗਿਆ, ਉਹਨੇ ਮੈਨੂੰ ਫੋਨ ਕੀਤਾ ਸੀ ਵਿੱਚੋਂ ਕਿ ਮਾਂ ਜੀ ਮੈਂ ਕੱਲ ਨਹੀਂ ਤੇ ਪਰਸੋਂ ਘਰ ਆ ਜਾਵਾਂਗਾ। ਤੇ ਮੈਂ ਠੇਕੇਦਾਰ ਕਹਿ ਰਿਹਾ, ਉਸਤਾਦ ਮੇਰਾ ਕਹਿ ਰਿਹਾ ਕਿ ਅੱਜ ਨਹੀਂ ਤੇ ਤੈਨੂੰ ਕੱਲ ਪੈਸੇ ਦੇ ਦੇਵਾਂਗਾ। ਮੈਂ ਕਿਹਾ ਠੀਕ ਹੈ। 2 ਦਿਨ ਗੁਜ਼ਰੇ ਨੇ ਤੇ ਨਹੀਂ ਵਾਪਸ ਆਇਆ। ਜਿਨਾਹ ਹਸਪੀਟਲ ਦੇ ਵਿੱਚ ਨਾ ਮੈਨੂੰ ਫੋਨ ਆਇਆ ਸੀ ਕਿ ਅਕਰਮ ਦੀ ਤਬੀਅਤ ਬੜੀ ਖਰਾਬ ਹੈ, ਜਿਨਾਹ ਹਸਪੀਟਲ ਪਹੁੰਚ। ਬੇਟਾ ਤੁਹਾਡੇ ਦਾ ਨਾਮ ਅਕਰਮ ਹੈ? ਜੀ ਅਕਰਮ ਹੈ। ਹਸਪਤਾਲ ਗਈ ਹਾਂ ਤੇ ਅੱਗੇ ਉਹਦਾ ਸਾਲਾ ਆਇਆ ਸੀ ਬਾਹਰ, ਐਮਰਜੈਂਸੀ ਵਾਰਡ ਦੇ ਬਾਹਰ ਬੈਠਾ ਸੀ। ਉਹ ਮੈਨੂੰ ਵੇਖ ਕੇ ਉੱਠ ਗਿਆ। ਮੈਂ ਉਹਨੂੰ ਕਿਹਾ ਸੀ ਵਿਕਾਸ ਬੇਟਾ ਮੇਰੇ ਬੇਟੇ ਨੂੰ ਕੀ ਹੋਇਆ, ਅਕਰਮ ਨੂੰ ਕੀ ਹੋਇਆ? ਕਹਿੰਦਾ ਮਾਂ ਜੀ ਐਕਸੀਡੈਂਟ ਦਾ ਹੋਇਆ, ਮੋਟਰਸਾਈਕਲ ਤੋਂ ਡਿੱਗਿਆ ਤੇ ਆਰਾਮ ਆ ਜਾਂਦਾ। ਉਹ ਬਾਹਰ ਸੀ, ਮੈਂ ਐਮਰਜੈਂਸੀ ਵਾਰਡ 'ਚ ਗਈ ਹਾਂ। ਅੱਗੇ ਮੇਰੇ ਬੇਟੇ ਜਿਹੜੇ ਉਹ CIU ਕਿ ਕੀ ਉਹ ਮੈਨੂੰ ਨਾਂ ਨਹੀਂ ਆ ਉਹਦੇ ਵਿੱਚ ਰੱਖਿਆ ਇਹਨੇ ਦਾ। ਮੈਂ ਡਾਕਟਰਾਂ ਨੇ ਮੈਨੂੰ ਅੱਗੇ ਨਹੀਂ ਜਾਣ ਦਿੱਤਾ, ਕਹਿੰਦਾ ਕਿ ਮਰੀਜ਼ ਸੀਰੀਅਸ ਹੈ ਤੇ ਅੱਗੇ ਨਹੀਂ ਤੁਸੀਂ ਜਾਣਾ, ਤੁਸੀਂ ਬਾਹਰ ਪਵੋ। ਉਸ ਬਾਹਰ ਉਹਨੂੰ ਲੈ ਕੇ ਆਏ ਨੇ। ਮੈਂ ਫਿਰ ਵਾਪਸ ਆਈ ਹਾਂ। ਮੈਂ ਵੇਖਿਆ, ਮੈਂ ਕਿਹਾ ਵਿਕਾਸ ਨੂੰ ਪੁੱਛਾਂ ਸਹੀ ਵੀ ਕੀ ਵਜ੍ਹਾ ਬਣੀ। ਮੈਂ ਆਈ ਹਾਂ, ਵਿਕਾਸ ਨਹੀਂ ਸੀ ਹੈਗਾ। ਕੁਛ ਦੇਰ, ਕੋਈ ਘੰਟੇ ਬਾਅਦ, 2-3 ਘੰਟਿਆਂ ਬਾਅਦ ਮੇਰੇ ਬੇਟੇ ਨੂੰ ਹੋਸ਼ ਆਇਆ। ਮੈਂ ਆਪਣੇ ਬੇਟੇ ਨੂੰ ਪੁੱਛਿਆ ਬੇਟਾ ਜੀ ਕੀ ਤੈਨੂੰ ਹੋਇਆ, ਤੂੰ ਇਹ ਕਿਉਂ ਕੀਤਾ?
ਕਹਿੰਦਾ ਮਾਂ ਜੀ ਮੈਂ ਨਹੀਂ ਕੀਤਾ। ਬਕਾਇਦਾ ਵੀਡੀਓ ਬਿਆਨ ਉਹਨੇ ਰਿਕਾਰਡਿੰਗ, ਛੋਟਾ ਜਿਹੜਾ ਬੇਟਾ ਸੀ ਉਹ ਮੇਰੇ ਨਾਲ ਸੀ, ਉਹਨੇ ਰਿਕਾਰਡਿੰਗ ਲਾ ਲਈ ਵੀਡੀਓ ਬਿਆਨ 'ਚ। ਉਹਨੇ ਮੈਨੂੰ ਇਹ ਕਿਹਾ ਸੀ ਕਿ ਮਾਂ ਜੀ ਮੈਨੂੰ ਵਿਕਾਸ ਨੇ, ਉਹਦੇ ਵਾਲਦ ਨੇ ਪਾਣੀ ਦੇ ਵਿੱਚ ਤੇਜ਼ਾਬ ਪਿਆ ਕੇ ਪਾਇਆ ਹੀ ਨਹੀਂ। ਉਹ ਮੈਨੂੰ ਇੱਕ ਜਣੇ ਨੇ ਹੱਥ ਫੜੇ ਨੇ, ਇੱਕ ਜਣੇ ਨੇ ਮੈਨੂੰ ਤੇਜ਼ਾਬ ਪਿਆਇਆ। ਮੈਂ ਕਿਹਾ ਕਿਉਂ ਪਿਆ, ਕੋਈ ਲੱਗੇ ਝਗੜਾ ਹੋਇਆ ਸੀ? ਕਹਿੰਦਾ ਮਾਂ ਜੀ ਪੈਸੇ ਪੁੱਛੇ ਨੇ, ਪੈਸੇ ਖਾਣ ਦੀ ਵਜ੍ਹਾ ਦੀ, ਪਰ ਉਹਨਾਂ ਮੈਨੂੰ ਤੇਜ਼ਾਬ ਪਿਆ ਕੇ ਮੈਨੂੰ ਬਾਹਰ ਸੁੱਟਿਆ ਇਹਨੇ ਦਾ, ਗਲੀ ਦੇ ਬਾਹਰ। ਉਹ ਤੋਂ ਮੈਨੂੰ 1-2 ਵਾਲੇ ਚੁੱਕ ਕੇ ਲੈ ਕੇ ਪਹਿਲੇ ਭਾਈ ਫਿਰ ਵਾਲੇ ਹਸਪਤਾਲ 'ਚ ਗਏ ਨੇ, ਉਸ ਤੋਂ ਬਾਅਦ ਉਹਨਾਂ ਮੈਨੂੰ ਜਨਾਹ 'ਚ ਲਿਆਂਦਾ। ਮਾਂ ਜੀ ਮੇਰੀ ਮੌਤ ਜ਼ਿੰਦਗੀ ਦਾ ਇਹ ਜ਼ਿੰਮੇਦਾਰ ਨੇ, ਠੀਕ। ਉੱਥੇ 1 ਘੰਟਾ ਪਹਿਲੇ ਦੀ ਗੱਲ, ਮੇਰੇ ਬੇਟੇ ਨੂੰ ਹੋਸ਼ ਆਇਆ, ਮੇਰਾ ਬੇਟਾ ਤੜਫਦਾ ਰਿਹਾ। ਮੈਂ ਇੱਕ ਮਾਂ ਸਾਂ ਉੱਤੇ ਰਹੀ ਹਾਂ, ਤੜਫਦੇ ਨੂੰ ਵੇਖਿਆ, ਫਿਰ ਉਹਦੀ ਜਾਨ ਨਿਕਲਦੀ ਵੀ ਵੇਖੀ। ਫਿਰ ਜਦੋਂ ਲੈ ਕੇ ਆਏ ਸੀ, ਉਸ ਤੋਂ ਬਾਅਦ ਆਪ ਬਿਮਾਰ ਹੋ ਗਈਆਂ, ਬਲੱਡ ਪ੍ਰੈਸ਼ਰ ਦੀ ਮਰੀਜ਼ ਹੋ ਗਈਆਂ, ਕੰਮ ਛੁੱਟ ਗਏ ਨੇ। कितनी देर पहले गए वाकया? 1 ਮਹੀਨਾ ਹੋ ਗਿਆ, ਸਾਡੀ ਕਿਤੇ ਸੁਣਾਈ ਨਹੀਂ ਹੁੰਦੀ। ਦਵਾਈਆਂ ਖਾਂਦੀ ਰਹਿੰਦੀ ਹਾਂ, ਠੀਕ ਰਹਿੰਦੀ। ਮਾਲਕ ਮਕਾਨਾ ਜਵਾਬ ਦੇ ਦਿੱਤਾ, ਆਪਣੇ ਭਾਈ ਦੇ ਕੋਲ ਰਹਿੰਦੀ ਪਈ, ਉਹ ਵੀ ਕਿਰਾਏਦਾਰ। और नहीं है या नहीं है? ਨਹੀਂ ਜੀ, ਫੌਤ ਹੋਏ ਨੇ। ਮੇਰਾ ਯਤੀਮ ਬੱਚਾ ਸੀ, ਇਹਨੇ ਠੇਕੇਦਾਰ ਨੇ ਇਹ ਸੋਚਿਆ ਸੀ ਕਿ ਯਤੀਮ ਬੱਚਾ ਇਹਨਾਂ ਦੇ ਪਿੱਛੇ ਤਾਂ ਹੈ ਕੋਈ ਨਹੀਂ, ਇੱਕ ਮਾਂ ਹੀ ਹੈਗੀ। ਪਿਓ ਜਿਹੜਾ ਉਹ ਫੌਤ ਹੋ ਗਿਆ, ਭਰਾ ਛੋਟਾ, ਇਹਨੇ ਸਾਡਾ ਕੀ ਕਰਨਾ? ਸਿਰਫ ਪੈਸੇ ਖਾਣ ਦੀ ਖਾਤਰ ਉਹਨੇ ਮੇਰੇ ਬੇਟੇ ਨੂੰ ਕਤਲ ਕਰ ਦਿੱਤਾ। दूसरा बेटा क्या करता है? ਫੈਕਟਰੀ 'ਚ ਕੰਮ ਕਰਦਾ, 18,000 ਰੁਪਈਆ ਤਨਖਾਹ ਲੈਂਦਾ ਛੋਟਾ ਬੇਟਾ। 18,000 रुपये की बनता है? ਕੁਛ ਨਹੀਂ ਬਣਦਾ ਜੀ, ਮੈਂ ਬੈਠੀ ਹੋਈ ਹਾਂ ਦੀ, ਆਪਣੇ ਕੰਮ ਛੁੱਟ ਗਏ ਨੇ। ਪਹਿਲੇ ਮੈਂ ਵੀ ਕੰਮ ਕਰਦੀ ਸੀ, ਬੇਟਾ ਵੀ ਦਿੰਦਾ ਸੀ, ਛੋਟਾ ਵੀ ਲੈ ਉਹਦੇ ਘਰ ਦਾ ਸਰਕਟ ਅੱਛਾ ਚੱਲਦਾ ਪਿਆ। ਹੁਣ ਨਹੀਂ ਚੱਲਦਾ, ਹੁਣ ਦਵਾਈਆਂ ਖਾਂਦੀ ਹਾਂ ਤੇ ਸਹੀ ਰਹਿੰਦੀ। ਦਵਾਈਆਂ ਵੀ ਵਾਸਤੇ ਪੈਸੇ ਬੜੇ ਮੁਸ਼ਕਿਲ ਜਮ੍ਹਾਂ ਕਰ ਕੇ ਦਵਾਈਆਂ ਲਿਆਉਣੇ, ਡ੍ਰਿਪ ਲੱਗੇ ਮੈਨੂੰ ਤਾਂ ਮੈਂ ਠੀਕ ਰਹਿੰਦੀ, ਨਹੀਂ ਲੱਗਦੀ ਮੈਂ ਸਾਰਾ ਦਿਨ ਪਈ ਰਹਿੰਦੀ। ਬਲੱਡ ਪ੍ਰੈਸ਼ਰ ਮੇਰਾ ਇੰਨਾ ਤੇਜ਼ ਹੋ ਜਾਂਦਾ। अपील करना चाहते हो वज़ीर आला पंजाब मरियम नवाज़ ਨੂੰ ਜਾਂ ਜੀ ਪੰਜਾਬ ਨੂੰ, ਅਗਰ ਕੋਈ ਸੁਣ ਲੈਣ ਤਾਂ? ਜੀ ਮਰੀਮ ਨਵਾਜ਼ ਸਾਹਿਬਾ ਕੇ ਮੇਰੀ ਅਰਜ਼ ਹੈ ਕਿ ਇੱਕ ਉਹ ਵੀ ਮਾਂ ਹੈ, ਮਾਂ ਦਾ ਮਾਂ ਦੁੱਖ ਸਮਝਦੀ ਹੈ, ਉਹਦੇ ਵੀ ਬੱਚੇ ਨੇ, ਇੱਕ ਉਹ ਮਾਂ ਹੈ, ਮੈਂ ਵੀ ਇੱਕ ਮਾਂ। ਮੇਰੀ ਗਰੀਬ ਬੱਚੇ ਦੀ ਮਾਂ ਦੀ ਫਰਿਆਦ ਸੁਣੀ ਜਾਏ। ਅੱਲਾ ਪੰਜਾਬ ਅੱਗੇ ਵੀ, ਵਜ਼ੀਰ ਆਲਾ ਦਾਖਲੇ ਅੱਗੇ ਵੀ ਇੱਕ ਗਰੀਬਣੀ ਦੀ ਆਵਾਜ਼ ਸੁਣੀ ਜਾ ਕੇ ਮੈਂ ਗਰੀਬ ਔਰਤ ਆ, ਮੈਨੂੰ ਇਨਸਾਫ ਦਿੱਤਾ ਜਾਏ। ਮੇਰਾ ਬੇਟਾ ਉਸ ਘਰ ਦਾ ਸਰਬਰਾਹ, ਮੈਨੂੰ ਇਨਸਾਫ ਦਿੱਤਾ ਜਾਏ। ਮਰੀਮ ਸਾਹਿਬਾ ਲੱਗੇ ਮੇਰੀ ਫਰਿਆਦ, ਇੱਕ ਮਾਂ ਹੈ, ਮਾਂ ਦੀ ਮਾਂ ਦੁੱਖ ਸਮਝਦੀ ਹੈ। ਮੇਰੀ ਇਹ ਲਗੇ ਫਰਿਆਦ ਹੈ ਕਿ ਮੇਰੀ ਫਰਿਆਦ ਨੂੰ ਇਨਸਾਫ ਦਿੱਤਾ ਜਾਏ। ਮੇਰਾ ਕੋਈ ਘਰ ਨਹੀਂ, ਕੋਈ ਨਹੀਂ, ਮੈਂ ਕਿਸੇ ਦੇ ਘਰ ਰਹਿੰਦੀ ਪਈ ਹਾਂ, ਦਵਾਈਆਂ ਤੇ ਮੈਂ जींदी पई हाँ। आप बताओ माँ जी आपकी रो रही है, जिस तरह से हालात हैं, कैसे बेदर्दी के साथ उसको कत्ल किया, तो क्या सोचा था कि कभी ऐसा हो सकता है कि जवान भाई मेरा जो हमारे लिए सहारा बन के हमें रुखसत करेगा अपने हाथों से? कभी ऐसा सोचा था कि ऐसा आज हमारे साथ हो जाए? हमने कभी ऐसा सोचा ही नहीं था कि हमारा भाई इस तरीके से जाएगा। उन्होंने ये तेज़ाब पिला दिया मेरे भाई को और मौत के घाट उतार दिया और बाहर गली के बाहर फेंक दिया उन्होंने। इतनी बेदर्दी से उन्होंने मारा मेरे भाई को। आप भी कोई कहना चाहेंगे वज़ीर आला पंजाब को या किसी अहदेदार को, कोई आपकी इल्तमास सुन ले, कोई आपकी फरियाद सुन? मैं मरियम नवाज़ साहिबा और IG साहब से दरख्वास्त करूँगी कि हमें इंसाफ दे दे, उनके मेरे भाई के मुजरमों को काफ़ी किरदार तक पहुँचाया जाएगा। नाज़रीन, मेन सवाल तो हमने माँ जी से किए हैं, किस तरह से ये रो रही हैं, आप लोगों को कैमरे में भी दिखाई दे रहा है, और साथ इनकी बेटी है जिन्होंने कभी सोचा नहीं था कि मैं कभी खुद भी मीडिया के आगे आऊँगी और इस तरह से अपने बेटे के लिए फरियाद करूँगी और भीख मांगूँगी। तो मेरा ख्याल है कि IG पंजाब साहब और जो वज़ीर आला पंजाब, इनके हाथ में ये सब कुछ केसेस होते हैं। अगर कहा जाए तो आम पुलिस वाला बंदा तो इसमें कुछ भी नहीं करता है, पैसे खाने के चक्करों में होता है इनका, या जो भी मामला था। पुलिस वगैरह थाने चक्कर लगाया, कोई उन्होंने नहीं कहा आपको कि कुछ ना कुछ कर दिया जाए? नहीं जी, साड़ी किधर फरियाद नहीं सुनी थी। आप खुद देख सकते हैं पुलिस भी किस तरह से जो है हमारे मुल्क में चल रही है, किस तरह से अपना जो है वो काम कर रही है। इसका रिजल्ट भी आप देख रहे हैं कि आए दिन कोई ना कोई ऐसी नई वीडियो आई होती है कत्ल की, केस की, या इस तरह से। तो मेरे ख्याल है कि आगे बात बढ़ने की ज़रूरत नहीं है, ज़रूर इनको जो है ना इंसाफ मिले। इसी के साथ इजाज़त दें, अल्लाह ने के बाद।